ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਿਹਨ ਅਰ ਬਰਨ ਜਾਤ ਹਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਵੇਖ ਕੋ ਕਹਿ ਨ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ ਮਿਲੈ ਦਾਨ ਸੰਤਰੇ ਨ ਜਿਹੇ ਲਗ ਭਵ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਭਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਭ ਜੀ ਤੋ ਕਹਿ ਲਾਜ ਹਮਾਰੀ ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਨ ਆਹਾਰੀ ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਵਿਕਾਰ ਨਿਰਜੁਰ ਨਿੰਦਰਾ ਬਿਨ ਨਿਰਭਿਖ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰੈ ਦਰਸੀ ਕੋ ਕਰਿਤ ਪਰ ਨਾਸਨਕਾਰੀ ਧਨ ਰੁਪਾਨ ਤ੍ਰਿਤਮਾਨ ਧਰਾ ਧਰਿਆਨ ਵਿਕਾਰ ਅਸ ਧਾਰੀ ਹਉ ਮਤ ਮੰਦ ਚਰਨ ਸ਼ਰਣਾਗਤ ਕਰ ਗਹਿ ਲਿਹੋ ਉਬਹਾਰੀ ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ आज मोरे आए हैं परम दयाल लाल लोचन विशाल मुख बचन रसाल मध मधुर पियाए हैं शोभत से जासन बिलासन दयंक माल प्रेम रस बिसोए सहज समाये हैं चात्रिक शब्द सोने अखियां उघर गई भई जल मीन गात बिरहा जगाए हैं हम अवगुण परे एक गुण अमृत छाड़ बिख बिख माया मोह परम पै भूले सुत धारा स्यों एक उत्तम पंथ सुन्यो गुर संगत ते मिलंत जम त्रास मिटाए
ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਏ। ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਚਟਿਆ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕਟਿਆ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹ। ਇਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਢੰਡੋਲਤ ਢੂੰਡਤ ਹਾਂ ਫਿਰੇ, ਟਹਿ ਟਹਿ ਪਵਨ ਕਰਾਰ। ਭਾਰੇ ਟਹਿ ਤੇ ਟਹਿ ਪਏ, ਹੌਲੇ ਨਿਕਸੇ ਪਾਰ। ਢੰਡੋਲਤ ਢੂੰਡਤ ਹਾਂ ਫਿਰੇ, ਟਹਿ ਟਹਿ ਪਵਨ ਕਰਾਰ। ਭਾਰੇ ਟਹਿ ਤੇ ਟਹਿ ਪਏ, ਹੌਲੇ ਨਿਕਸੇ ਪਾਰ। ਅਮਰ ਅਜਾਚੀ ਹਰ ਮਿਲੇ, ਤਿਨ ਕੈ ਹਉ ਬਲ ਜਾਓ। ਤਿਨ ਕੀ ਧੂੜ ਅਕੁਲੀਐ, ਸੰਗਤ ਮੇਲ ਮਿਲਾਓ। ਮਨ ਦੀਆ ਗੁਰ ਆਪਣਾ, ਪਾਇਆ ਨਿਰਮਲ ਨਾਮ। ਜਿਨ ਨਾਮ ਦਿਆ ਤਿਸ ਸੇਵਸਾ, ਤਿਸ ਬਲਿਹਾਰੈ ਜਾਓ। ਜੋ ਉਸਾਰੇ ਸੋ ਢਾਸੇ, ਤਿਸ ਬਿਨ ਅਵਰ ਨ ਕੋਇ। ਗੁਰ ਪ੍ਰਸਾਦੇ ਤਿਸ ਸੰਮਲਾ, ਤਾ ਤਨ ਦੁਖ ਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਮਹਾਨ ਭਗਤ ਭਗਤ ਨਾਮਦੇਵ ਜੀ ਮਹਾਰਾਜ। ਅੱਜ ਮਹਾਰਾਜ ਭਗਤ ਨਾਮਦੇਵ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ। ਮਹਾਰਾਸ਼ਟਰ ਵਿੱਚ ਨਰਸੀ ਬਾਹਮਣੀ, ਜਿਸ ਦਾ ਅੱਜ ਕੱਲ੍ਹ ਪ੍ਰਚਲਿਤ ਨਾਮ ਨਰਸੀ ਨਾਮਦੇਵ ਹੈ, ਇਸ ਨਗਰ ਵਿੱਚ ਇੱਕ ਛੇਂਬੇ ਪਰਿਵਾਰ ਵਿੱਚ ਪਿਤਾ ਦਾਮ ਸੇਠ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਗੌਣਾ ਬਾਈ ਜੀ ਦੇ ਉਦਰ ਤੋਂ ਹੋਇਆ। ਅੱਜ ਦੇ ਦਿਨ ਨਾਮਕਰਨ ਕੀਤਾ ਤੇ ਨਾਮ ਰੱਖਿਆ ਨਾਮਦੇਵ।
ਭਗਤ ਨਾਮਦੇਵ ਜੀ ਸ਼ੂਦਰ ਵਰਣ ਦੇ ਵਿੱਚ ਜਨਮ ਹੋਣ ਕਰਕੇ ਮਹਾਰਾਸ਼ਟਰ ਦੇ ਬ੍ਰਾਹਮਣ ਸਮਾਜ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਬ੍ਰਾਹਮਣਾਂ ਨੇ ਭਗਤ ਨਾਮਦੇਵ ਜੀ ਨਾਲ ਬਹੁਤ ਦਵੈਸ਼ ਤੇ ਈਰਖਾ ਰੱਖੀ, ਪਰ ਭਗਤ ਨਾਮਦੇਵ ਜੀ ਨੇ ਆਪਣਾ ਪਰਮਾਰਥ ਦਾ ਰਸਤਾ ਸਿੱਧਾ ਰੱਖਿਆ। ਰੱਬ ਰੱਬ ਕਰਦੇ ਰੱਬ ਦਾ ਰੂਪ ਹੋ ਗਏ। ਐਸੀ ਅਵਸਥਾ ਵਿੱਚ ਪਹੁੰਚੇ ਜਿੱਥੇ ਪਹੁੰਚ ਕੇ ਭਗਤ ਨਾਮਦੇਵ ਜੀ ਨੇ ਖੁਦ ਲਿਖਿਆ, ਉਚਾਰਿਆ ਕਿ ਨਾਮੇ ਨਾਰਾਇਣ ਨਹੀਂ ਭੇਦ, ਕਿ ਨਾਮਦੇਵ ਵਿੱਚ ਔਰ ਨਾਰਾਇਣ ਵਿੱਚ ਹੁਣ ਕੋਈ ਭੇਦ ਨਹੀਂ ਰਿਹਾ, ਕੋਈ ਫਰਕ ਨਹੀਂ ਰਿਹਾ, ਇੱਕ ਰੂਪ ਹੋ ਗਏ। ਸਤਿਗੁਰੂ ਪੰਚਮ ਪਾਤਸ਼ਾਹ ਭਗਤ ਨਾਮਦੇਵ ਜੀ ਦੀ ਉਪਮਾ ਕਰਦਿਆਂ ਕਹਿੰਦੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਛੇਪਰੋ ਹੋਇਓ ਲਾਖੀਣਾ। ਜਿਹਨੂੰ ਅੱਧੀ ਦਮੜੀ ਦਾ ਛਿੰਬਾ ਕਹਿੰਦੇ ਸੀ, ਲੱਖਾਂ ਦਾ ਹੋ ਗਿਆ। ਪਰਮੇਸ਼ਰ ਦੀ ਭਗਤੀ ਕਰਦੇ ਆ। ਭਗਤ ਨਾਮਦੇਵ ਜੀ ਨੇ ਬਚਪਨ ਤੋਂ ਹੀ ਨਿਰੰਕਾਰ ਦੀ ਬੰਦਗੀ ਦੀ ਆਰੰਭਤਾ ਕੀਤੀ। ਮਹਾਰਾਸ਼ਟਰ ਦੇ ਦੋ ਮਹਾਂਪੁਰਸ਼ ਹੋਏ ਬੜੇ ਪ੍ਰਸਿੱਧ। ਇੱਕ ਦਾ ਨਾਮ ਸੀ ਗਿਆਨਦੇਵ ਜੀ ਔਰ ਦੂਸਰੇ ਸਨ ਵਿਨੋਬਾ ਖੇਚਰ। ਭਗਤ ਨਾਮਦੇਵ ਜੀ ਨੇ ਇਹਨਾਂ ਦੋਨਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਔਰ ਉਹਨਾਂ ਦੀ ਸੰਗਤ ਕਰਕੇ ਇਹਨਾਂ ਕੋਲੋਂ ਗੁਰੂ ਦੀਕਸ਼ਾ ਲਈ। ਗਿਆਨਦੇਵ ਜੀ ਮਹਾਰਾਜ ਜੋ ਭਗਤ ਨਾਮਦੇਵ ਜੀ ਦੇ ਗੁਰੂ ਸੀ, ਉਹ ਮਹਾਨ ਉੱਚ ਅਵਸਥਾ ਦੇ ਮਾਲਕ ਤੁਰੀਆ ਪਦ 'ਚ ਪਹੁੰਚੇ ਹੋਏ ਮਹਾਂਪੁਰਸ਼ ਸੀ। ਉਹਨਾਂ ਦੀ ਇੱਕ ਪੁਸਤਕ ਹੈ ਜੋ ਉਹਨਾਂ ਨੇ ਉਚਾਰਨ ਕੀਤੀ, ਉਹਨੂੰ ਕਹਿੰਦੇ ਗਿਆਨੇਸ਼ਵਰੀ। ਗਿਆਨਦੇਵ ਜੀ ਵੱਲੋਂ ਉਚਾਰਨ ਕੀਤੀ ਹੋਈ ਆਤਮਾ ਦੀ ਸੋਝੀ ਦਾ ਗਿਆਨ ਦਿੱਤਾ ਉਸ ਗ੍ਰੰਥ ਵਿੱਚ। ਉਹਦਾ ਨਾਮ ਹੈ ਗਿਆਨੇਸ਼ਵਰੀ। ਮੁੱਢ ਤੋਂ ਹੀ, ਬਚਪਨ ਤੋਂ ਹੀ ਭਗਤ ਨਾਮਦੇਵ ਜੀ ਨਿਰੰਕਾਰ ਦੀ ਬੰਦਗੀ ਦੇ ਰੰਗ 'ਚ ਰੰਗੇ ਹੋਏ ਨੇ। ਪਰਿਵਾਰ ਦੇ ਵਿੱਚ ਮੂਰਤੀ ਪੂਜਾ ਦਾ ਪ੍ਰਚਲਨ ਸੀ। ਭੋਗ ਲਵਾਉਣਾ, ਦੁੱਧ ਪਿਆਉਣਾ, ਤੋਂ ਬਚਪਨ ਵਿੱਚ ਇਹ ਸਭ ਕੁਝ ਭਗਤ ਨਾਮਦੇਵ ਜੀ ਮਹਾਰਾਜ ਵੇਖਦੇ ਰਹੇ। ਭਗਤ ਨਾਮਦੇਵ ਜੀ ਦੀ ਬੰਦਗੀ ਵੇਖ ਕੇ ਬਹੁਤ ਸਾਰੇ ਲੋਕ ਉਹਨਾਂ ਦਾ ਸਤਿਕਾਰ ਕਰਦੇ। ਬ੍ਰਾਹਮਣਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਨਰਸੀ ਨਾਮਦੇਵ ਤੋਂ ਕੁਝ ਦੂਰੀ ਤੇ ਇੱਕ ਨਗਰ ਹੈ ਬੜਾ ਪ੍ਰਸਿੱਧ, ਔਂਡਾ। ਮਹਾਰਾਜ ਭਗਤ ਨਾਮਦੇਵ ਜੀ ਉੱਥੇ ਪਹੁੰਚੇ। ਉੱਥੇ ਜਾ ਕੇ ਜਦੋਂ ਬੰਦਗੀ ਕਰਨ ਵਾਸਤੇ ਮੰਦਿਰ 'ਚ ਜਾਣ ਲੱਗੇ ਤੇ ਬ੍ਰਾਹਮਣਾਂ ਨੇ ਬਾਂਹ ਫੜ ਕੇ ਮੰਦਿਰ ਵਿੱਚੋਂ ਉਠਾ ਦਿੱਤਾ ਤੇ ਭਗਤ ਨਾਮਦੇਵ ਜੀ ਨੂੰ ਕਿਹਾ ਕਿ ਤੂੰ ਸਾਡੇ ਬਰਾਬਰ ਬਹਿ ਕੇ ਬੰਦਗੀ ਨਹੀਂ ਕਰ ਸਕਦਾ, ਤੂੰ ਛਿੰਬਾ ਹੈ, ਅਸੀਂ ਬ੍ਰਾਹਮਣ ਹਾਂ। ਮਹਾਰਾਜ ਭਗਤ ਨਾਮਦੇਵ ਜੀ ਉਸ ਮੰਦਿਰ ਦੇ ਪਿਛਲੇ ਪਾਸੇ ਆ ਬੈਠੇ। ਦਾ ਜ਼ਿਕਰ ਖੁਦ ਉਹਨਾਂ ਨੇ ਆਪਣੀ ਬਾਣੀ 'ਚ ਕੀਤਾ। ਪਿੱਛੇ ਬਹਿ ਕੇ ਅਕਾਲ ਪੁਰਖ ਜੀ ਦੀ ਆਰਾਧਨਾ ਕਰਦਿਆਂ ਕਹਿੰਦੇ, ਹੇ ਵਾਹਿਗੁਰੂ, ਹੇ ਭਗਵਾਨ, ਹੇ ਵਿਠਲ, ਅੱਜ ਤਾਈਂ ਛਿੰਬਿਆਂ ਦੇ ਘਰ ਜਨਮ ਕੇ ਮੈਨੂੰ ਕੋਈ ਅਫਸੋਸ ਨਹੀਂ ਸੀ, ਪਰ ਅੱਜ ਹੋ ਰਿਹਾ ਹੈ। ਕਿਉਂ ਹੋ ਰਿਹਾ?
कि जे मैं तेरी बंदगी नहीं सी कर सकता तो फिर जे मैनू छींबे दे घर क्यों भेजिया? मैनू उन्हां दे घर भेजदा जिन्हां घरां विच जम के मैं तेरी बंदगी कर सकदा, तेरे मंदिर च बह सकदा। मन च वैराग दी दशा ते अकाल पुरख की आराधना कर रहे ने, भगवान की आराधना कर रहे हैं। ज्यों ज्यों नामा हर गुण उचरै, भगत जना का देहरा फिरै। कहते वो देहरा वो मंदिर फिर के मुड़ के सारा घूम के भगत नामदेव जी वाल हो गया। अज भी तुसी जाके उस मंदिर नूं वेख सकते हो। तकरीबन 5000 साल पुराना मंदिर है। ओदियां थल्ले जड़ा नहीं है ते घुमिया होया है। उत्थे अंदर जिहड़े 12 ज्योतिलिंग ने, एक ज्योतिलिंग सुशोभित है। उत्थों दे ब्राह्मण पंडे दसदे ने कि दुनिया दे विच जिथे जिथे भी ज्योतिलिंग ने उन्हां मंदिरां दे जिहड़े मूँह ने वो दक्षिण दिशा वल ने, पर इहदा मूँह घुमिया होया है इस मंदिर दा। वो आप उत्थे जिहड़े पंडे ने इतिहास दसदे। भगत नामदेव जी ने जदों निरंकार दी बंदगी दे विच भिजिया, अकाल पुरख की आराधना की, देवरा फेरिया, वो ब्राह्मण जो भगत नामदेव का तिरस्कार कर रहे सन, सब चल के उन्हां दे चरणां ते प्रणाम करन लगे। जर्रे जर्रे विच परमात्मा की होंद नूं भगत नामदेव जी ने वेखिया। एक बार ब्राह्मणा ने ईरखा नाल ये साडे नाल बहिंदा है, रात का वेला सी, एक खूह ते भेजिया भी जा उत्थों पानी भर के ले आ। कारण की सी कि उस खूह दे विच कहंदे ने कोई भयानक देव रहिंदा है, जिहड़ा रात दे समय उत्थे जांदा वो देव नूं मार दिंदा है। जाएगा, मारिया जाएगा, साडी जान छुटेगी। भगत नामदेव जी जदों उस खूह ते पहुंचे, पानी भरन लगे तो उहदे विचों वाकई एक बड़ा भयानक देव प्रगट होया। उस देव का भयानक रूप वेख के महाराज भगत नामदेव जी भयभीत नहीं होए, सगों उहदे विच अपना रब वेखदे ने। तां वेखदिआं कहंदे, आओ कलंदर केसवा कर अबदाली भेसवा। आहा रब जी, अज कलंदरा वाला भेस बना के, भयानक रूप बना के आयो, कमाल कर दी है महाराज। अगे तो बड़ा सोहना रूप सी तुहाडा, अज कलंदरा वाला, देवां वाला, प्रेतां वाला बड़ा भयानक रूप बना के आयो महाराज। आओ जियो आया। उस देव विचों भी भगवान जी प्रगट होके महाराज भगत नामदेव जी नूं दर्शन दे रहे। निरंकार की बंदगी करदियां करदियां भगत माला विच जिक्र आउंदा है कि तकरीबन 72 बार भगत जी नूं प्रतख दर्शन होए। पर मेरा ये मनना है कि वो तो सदैव ही सारियां विच परमात्मा दे दर्शन करते सन। 72 बार प्रतख रूप च हो गए होणगे, पर तां वो सारियां विच ही परमेश्वर की जोत नूं, अकाल पुरख की जोत नूं वेखदे। वो तां सारियां विच कहंदे, सबै घट राम बोलै, रामा बोलै, राम बिना को बोलै रे। सारियां विच ही वो वसदा है, सारियां विच ही उसे दा निवास है। कई बार हुण एक पावन शब्द आप जी रोज पढ़ते सुनते हो, हल्ले यारां खुश खबरी, निकी तेरी बेगारी, मिठे तेरे बोल। जदों इदां दे बचन, खूब तेरी पगरी, मिठे तेरे बोल, तो ये बारे भी महापुरुष दसदे आ भी नामदेव जी एक दिन घाट ते कपड़े धो रहे थे। छिंबे जो सी, कपड़े सीवणे, कपड़े धोने काम सी।
ਕੱਪੜੇ ਧੋਰੇ ਤੇ ਮਨ 'ਚ ਸੋਚਿਆ ਵੀ ਕੱਪੜੇ ਭਾਰੇ ਹੁੰਦੇ ਐ, ਵੀ ਜੇ ਰੱਬ ਇੱਕ ਘੋੜੀ ਦੇ ਦੇਵੇ ਉਹਦੇ ਤੇ ਧਰ ਕੇ ਕੱਪੜੇ ਲੈ ਜਾਇਆ ਕਰਾਂ, ਨਾਲੇ ਸਵਾਰੀ ਕਰ ਲਿਆ ਕਰਾਂਗੇ। ਮਨ 'ਚ ਜਿਵੇਂ ਸੰਕਲਪ ਜਿਹਾ ਆ ਜਾਂਦਾ, ਕਦੇ ਸੂਖਸ਼ਮ ਜਿਹਾ। ਭਗਵਾਨ ਨੇ ਵੇਖਿਆ ਕਿ ਭਗਤ ਨੇ ਤਾਂ ਅੱਗੇ ਜਾਣਾ, ਇਹ ਸੰਕਲਪ ਇੱਥੇ ਕਰ ਰਹੇ ਨੇ, ਇੱਥੇ ਨਾ ਰਹਿ ਜਾਣ। ਅਵਸਥਾ ਤਾਂ ਜਦੋਂ ਸੰਕਲਪ ਵਿਕਲਪਾਂ 'ਚ ਫਸ ਜੇ ਤੇ ਅੱਗੇ ਨਹੀਂ ਤਰੱਕੀ ਹੁੰਦੀ। ਭਗਵਾਨ ਜੀ ਨੇ ਇੱਕ ਪਠਾਨ ਦਾ ਰੂਪ ਬਣਾਇਆ, ਘੋੜੀ ਤੇ ਸਵਾਰ ਹੋ ਕੇ ਜਿੱਥੇ ਨਾਮਦੇਵ ਜੀ ਕੱਪੜੇ ਧੋ ਰਹੇ ਸੀ ਉੱਥੇ ਆ ਗਏ। ਉੱਥੇ ਆ ਕੇ ਘੋੜੀ ਸੂ ਪਈ, ਉਹਨੇ ਬਛੇਰਾ ਦੇ ਦਿੱਤਾ, ਆਵਾਜ਼ ਮਾਰੀ ਨਾਮਦੇਵ ਜੀ ਨੂੰ, ਆਓ ਬਈ ਆ ਬਛੇਰਾ ਹੁਣ ਚੁੱਕ ਕੇ ਛੱਡ ਕੇ ਆਓ ਅਗਲੇ ਪਿੰਡ ਤਾਈਂ। ਉਦੋਂ ਵਗਾਰ ਲੈ ਲੈਂਦੇ ਸੀ, ਪਠਾਣਾ ਦੇ ਰਾਜ ਸੀ, ਤੇ ਪਠਾਨ ਦੇ ਰੂਪ ਬਣ ਕੇ ਆਏ ਭਗਵਾਨ ਜੀ। ਨਾਮਦੇਵ ਜੀ ਨੇ ਉਹ ਬਛੇਰਾ ਮੋਢਿਆਂ ਤੇ ਚੁੱਕਿਆ ਤੇ ਮਨ 'ਚ ਸੋਚਦੇ ਆ, ਵਾਹ ਰੱਬਾ, ਤਲੇ ਕੋ ਮੰਗੀ ਉੱਪਰ ਕੋ ਦੀਨੀ, ਵੀ ਮੈਂ ਤਾਂ ਮੰਗਿਆ ਸੀ ਵੀ ਘੋੜੀ ਦੇਈ ਜਿਹਦੇ ਤੇ ਸਵਾਰੀ ਕਰਾਂ, ਤੇ ਤੁਸੀਂ ਮੋਢਿਆਂ ਤੇ ਚੱਕਣ ਨੂੰ ਘੋੜਾ ਦੇ ਦਿੱਤਾ, ਵੀ ਮੈਂ ਚੁੱਕਿਆ ਫਿਰਾਂ ਇਹਨੂੰ। ਇਹ ਤਾਂ ਕਮਾਲ ਹੋ ਗਈ। ਪੁੱਛਿਆ ਪਠਾਨ ਨੂੰ, ਮਹਾਰਾਜ ਕਿੱਥੋਂ ਆਏ ਹੋ, ਕਿੱਥੇ ਜਾ ਰਹੇ ਹੋ? ਕੁਜ਼ਾ ਆਮਦ ਕੁਜ਼ਾ ਰਫਤੀ, ਕੁਜ਼ਾ ਮੇ ਰਵੀ, ਕਿੱਧਰ ਜਾ ਰਹੇ ਹੋ? ਅੱਗੇ ਆਏ ਕਿੱਥੋਂ ਹੋ? ਉਹ ਕਹਿੰਦੇ ਦਵਾਰਕਾ ਨਗਰੀ ਤੋਂ ਆਇਆ ਜੀ। ਉਹ ਕਹਿੰਦੇ ਦਵਾਰਕਾ ਵਿੱਚ ਪਠਾਨ ਦਾ ਕੀ ਕੰਮ? ਫਿਰ ਕਹਿੰਦੇ ਹੱਲੇ ਯਾਰਾਂ, ਹੱਲੇ ਯਾਰਾਂ, ਖੁਸ਼ਖਬਰੀ। ਆਹਾ, ਬੜੀ ਖੁਸ਼ਖਬਰੀ। ਕੋਈ ਪਠਾਨ ਇੰਨਾ ਮਿੱਠਾ ਨਹੀਂ ਬੋਲਦਾ ਮਹਾਰਾਜ ਜਿਵੇਂ ਤੁਸੀਂ ਬੋਲਦੇ ਹੋ, ਮਿੱਠੇ ਮਿੱਠੇ ਬੋਲ। ਆਹਾ, ਪੱਗ ਕਿੰਨੀ ਸੋਹਣੀ ਬੱਧੀ ਹੈ, ਬੋਲਦੇ ਕਿੰਨੇ ਮਿੱਠੇ ਹੋ ਮਹਾਰਾਜ। ਪਠਾਨ ਵਿੱਚੋਂ ਭਗਵਾਨ ਜੀ ਪ੍ਰਗਟ ਹੋ ਕੇ ਕਹਿੰਦੇ ਆ, ਨਾਮਿਆ ਸਿਆਣ ਲਿਆ ਜੇ, ਪਛਾਣ ਲਿਆ ਜੇ। ਦਰਸ਼ਨ ਦਿੱਤੇ। ਬ੍ਰਾਹਮਣਾਂ ਨੇ ਸ਼ਿਕਾਇਤ ਕੀਤੀ ਬਾਦਸ਼ਾਹ ਦੇ ਪਾਸ ਕਿ ਜੀ ਇਹ ਸਾਡੇ ਬਰਾਬਰ ਬਹਿ ਕੇ ਬੰਦਗੀ ਕਰਦਾ, ਛਿੰਬਾ, ਨੀਵੇਂ ਵਰਣ ਦਾ। ਬਾਦਸ਼ਾਹ ਨੇ ਸੱਦ ਲਿਆ, ਆਖਿਆ ਉਹ ਨਾਮਦੇਵ, ਰੱਬ ਰੱਬ ਕਹਿਣਾ ਛੱਡ ਕੇ ਖੁਦਾ ਖੁਦਾ ਕਰਿਆ ਕਰ, ਵਿਠਲ ਵਿਠਲ ਛੱਡ ਦੇ ਕਹਿਣਾ, ਰਾਮ ਰਾਮ ਕਹਿਣਾ ਛੱਡ ਦੇ। ਭਗਤ ਜੀ ਕਹਿਣ ਲੱਗੇ, ਭਾਵੇਂ ਕਿ ਖੁਦਾ ਨਾਮ ਵੀ ਉਸੇ ਦਾ ਹੀ ਹੈ, ਪਰਮੇਸ਼ਰ ਦਾ ਹੀ ਹੈ, ਪਰ ਧਰਮੀ ਮਨੁੱਖ ਆਪਣੇ ਧਰਮ ਦਾ ਪ੍ਰਤਿਆਗ ਨਹੀਂ ਕਰਦਾ। ਭਗਤ ਜੀ ਦੀ ਮਾਤਾ ਆਈ, ਮਾਤਾ ਕਹਿਣ ਲੱਗੀ, ਬੇਟਾ ਸੁਲਤਾਨ ਹੈ, ਮਾਰ ਦੇਗਾ, ਤੂੰ ਰਾਮ ਰਾਮ ਛੱਡ ਕੇ ਖੁਦਾ ਖੁਦਾ ਕਹਿ ਲੈ, ਫਿਰ ਕੀ ਹੈ? ਤੇ ਭਗਤ ਜੀ ਆਪਣੀ ਮਾਂ ਦੇ ਸਨਮੁਖ ਖਲੋ ਕੇ ਕਹਿੰਦੇ ਆ, ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਂ ਏ। ਇਹੋ ਜੀ ਮਾਂ ਮੇਰੀ ਮਾਂ ਨਹੀਂ ਹੋ ਸਕਦੀ ਜਿਹੜੀ ਮੈਨੂੰ ਮੇਰੇ ਮਾਰਗ ਤੋਂ ਭਟਕਾ ਦੇਵੇ। ਉਹਨੇ ਆਖਿਆ ਵੀ ਇਹ ਤਾਂ ਹੁਣ ਕਰਨਾ ਪਏਗਾ। ਭਗਤ ਜੀ ਕਹਿੰਦੇ, ਗੰਗਾ ਤੇ ਜਮਨਾ ਪਹਾੜਾਂ ਤੋਂ ਥੱਲੇ ਆਉਂਦੀਆਂ, ਉਹ ਥੱਲੇ ਦੀ ਬਜਾਏ ਉੱਪਰ ਨੂੰ ਜਾਣ ਲੱਗ ਪੈਣ, ਮੈਂ ਫਿਰ ਵੀ ਆਪਣੇ ਰਾਮ ਦੇ ਨਾਮ ਦਾ ਤਿਆਗ ਨਹੀਂ ਕਰਾਂਗਾ। ਆਪਣੇ ਧਰਮ 'ਚ ਪਰਪੱਕ ਕਿਵੇਂ ਰਹਿਣਾ, ਇਹ ਮਹਾਰਾਜ ਭਗਤ ਨਾਮਦੇਵ ਜੀ ਸਿੱਖਿਆ ਦਿੰਦੇ ਆ ਬਾਣੀ ਵਿੱਚ। ਗੰਗ ਜਮਨ ਜੋ ਉਲਟੀ ਵਹੈ, ਪਰ ਮੈਂ ਰੱਬ ਦਾ ਨਾਮ ਨਹੀਂ ਛੱਡਣਾ, ਆਪਣੇ ਮਾਲਕ ਦਾ। ਅਨੇਕਾਂ ਤਸੀਹੇ ਦੇਣ ਦਾ ਯਤਨ ਕੀਤਾ, ਅਖੀਰ ਕਹਿੰਦੇ ਆ, ਵੱਡੀ ਹੋਈ ਗਊ ਹੈ, ਮਰੀ ਹੋਈ, ਇਹ ਜਿਉਂਦੀ ਕਰ, ਨਹੀਂ ਤਾਂ ਮਾਰ ਦਿਆਂਗਾ। ਬੁਲਾ ਤੇਰਾ ਰੱਬ ਜਿਹੜਾ ਤੂੰ ਕਹਿੰਦਾ ਬੜਾ ਕਰਾਮਾਤੀ ਅਜਮਤੀ ਆ, ਉਹਨੂੰ ਸੱਦ, ਉਹ ਆ ਕੇ ਤੇਰੀ ਇਸ ਗਊ ਨੂੰ ਜਿਉਂਦਿਆਂ ਕਰੇ।
ਭਗਤ ਜੀ ਨੇ ਆਖਿਆ ਵੀ ਬਾਦਸ਼ਾਹ ਏਦਾਂ ਹੁੰਦਾ ਨਹੀਂ, ਇਹ ਮਰੀ ਹੋਈ ਗਊ ਹੁਣ ਕਿਵੇਂ ਜੀਵਤ ਹੋ ਸਕਦੀ ਹੈ ਜਿਹਨੂੰ ਰੱਬ ਨੇ ਮਾਰ ਦਿੱਤਾ ਹੈ। ਕਹਿੰਦਾ ਮੈਂ ਨਹੀਂ ਮੰਨਦਾ, ਫਿਰ ਜਿਹੜੇ ਤੇਰੇ ਰੱਬ ਦੀ ਤੂੰ ਬੰਦਗੀ ਕਰਦਾ ਉਹਦੇ ਚ ਕੁਝ ਨਹੀਂ ਹੈ। ਭਗਤ ਜੀ ਫਿਰ ਬਹਿ ਕੇ ਆਰਾਧਨਾ ਕਰਨ ਲੱਗੇ। 7 ਘੜੀਆਂ ਬੀਤ ਗਈਆਂ ਬੈਠਿਆਂ ਬੈਠਿਆਂ। 7 ਘੜੀ ਜਬ ਬੀਤੀ ਸੁਣੀ, ਅਜਹੂ ਨ ਆਇਓ ਤ੍ਰੇ ਭਵਨ ਧਣੀ। ਪਾਖੰਤਣ ਬਾਜ ਬਜਾਏਲਾ, ਗਰੁੜ ਚੜੇ ਗੋਬਿੰਦ ਆਏਲਾ। ਕਹਿੰਦੇ ਅਖੀਰ ਫਿਰ ਰੱਬ ਜੀ ਆ ਗਏ, ਭਗਵਾਨ ਜੀ ਆ ਗਏ। ਆ ਕੇ ਕਹਿੰਦੇ ਹਾਂ ਨਾਮਦੇਵ ਦੱਸ, ਧਰਤੀ ਪੁੱਠੀ ਕਰਦੇ ਆ, ਸੁਲਤਾਨ ਨੂੰ ਗਰਕ ਕਰਦੇ ਆ ਜਿਹੜਾ ਤੈਨੂੰ ਬੰਨੀ ਬੈਠਾ ਇੱਥੇ। ਭਗਤ ਜੀ ਕਹਿੰਦੇ ਨਾ ਮਹਾਰਾਜ ਇੰਨਾ ਕੁਝ ਨਾ ਕਰੋ, ਬਸ ਇੰਨੀ ਕਿਰਪਾ ਕਰ ਦਿਓ, ਇਹ ਮਰੀ ਹੋਈ ਗਾਂ ਜਿਉਂਦੀ ਕਰ ਦਿਓ। ਅਕਾਲ ਪੁਰਖ ਦੀ ਕਲਾ ਵਰਤੀ ਹੈ। ਉਹ ਮਰੀ ਹੋਈ ਗਊ ਭਗਵਾਨ ਜੀ ਨੇ ਜਿਉਂਦੀ ਕਰ ਦਿੱਤੀ। ਉਹਦਾ ਦੁੱਧ ਚੋ ਕੇ ਕਟੋਰੀ ਚ ਭਰ ਕੇ ਜਦੋਂ ਸੁਲਤਾਨ ਦੇ ਸਾਹਮਣੇ ਧਰਿਆ, ਉਹ ਹੈਰਾਨ ਰਹਿ ਗਿਆ ਔਰ ਭਗਤ ਨਾਮਦੇਵ ਜੀ ਦੇ ਚਰਨਾਂ ਤੇ ਪ੍ਰਣਾਮ ਕਰਕੇ ਮਾਫੀ ਮੰਗਦਾ ਹੈ। ਏਦਾਂ ਦੇ ਬੇਅੰਤ ਚੋਜ ਭਗਤ ਨਾਮਦੇਵ ਜੀ ਦੇ ਜੀਵਨ ਵਿੱਚ ਵਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ। ਪਹਿਲੇ ਸਥਾਨ ਤੇ ਮਹਾਰਾਜ ਭਗਤ ਕਬੀਰ ਜੀ ਦੀ ਬਾਣੀ ਦਰਜ ਹੈ। ਦੂਜੇ ਸਥਾਨ ਤੇ ਮਹਾਰਾਜ ਭਗਤ ਨਾਮਦੇਵ ਜੀ ਦੀ ਬਾਣੀ ਦਰਜ ਹੁੰਦੀ ਹੈ ਔਰ ਤੀਸਰੇ ਸਥਾਨ ਤੇ ਫਿਰ ਭਗਤ ਰਵਿਦਾਸ ਜੀ, ਫਿਰ ਬਾਕੀ ਭਗਤਾਂ ਦੀ। ਕਬੀਰ ਜੀ ਤੋਂ ਬਾਅਦ ਸਭ ਤੋਂ ਵੱਧ ਬਾਣੀ ਸਾਰੇ ਭਗਤਾਂ ਵਿੱਚੋਂ ਮਹਾਰਾਜ ਭਗਤ ਨਾਮਦੇਵ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਐਸੇ ਮਹਾਪੁਰਸ਼ ਭਗਤ ਨਾਮਦੇਵ ਜੀ ਦੇ ਪਵਿੱਤਰ ਪਾਵਨ ਜਨਮ ਦਿਹਾੜੇ ਦੀਆਂ ਸਮੁੱਚੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ਼੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਰਾਮ ਕਲੀ ਰਾਗ ਵਿੱਚ ਦੱਖਣੀ ਓੰਕਾਰ ਬਾਣੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ। ਸਤਿਗੁਰਾਂ ਦੀ ਪਾਵਨ ਬਾਣੀ ਦੇ ਵਿੱਚੋਂ ਇਹ ਪਾਵਨ ਅੰਮ੍ਰਿਤ ਬਚਨ ਆਪਾਂ ਸਾਰਿਆਂ ਨੇ ਵਿਚਾਰਦੇ ਹਨ। ਮਨ ਔਰ ਬਿਰਤੀਆਂ ਨੂੰ ਆਦਿ ਗੁਰੂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜੀਏ। ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੰਡੋਲਤ ਢੂੰਡਤ ਹਾਂ ਫਿਰੇ, ਟਹਿ ਟਹਿ ਪਵਨ ਕਰਾਰ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਢੂੰਡਦਿਆਂ ਢੂੰਡਦਿਆਂ ਮੈਂ ਵੇਖ ਲਿਆ, ਫਿਰਦਿਆਂ ਫਿਰ ਕੇ ਢੂੰਡਿਆ ਤੇ ਢੂੰਡਦਿਆਂ ਢੂੰਡਦਿਆਂ ਮੈਂ ਇਹ ਵੇਖਿਆ ਕਿ ਜਿਹੜੇ ਬੜੇ ਬੜੇ ਕਰਾਰੇ, ਕਰਾਰ ਦਾ ਮਤਲਬ ਹੁੰਦਾ ਕਰਾਰੇ ਕਰੜੇ, ਜਿਹੜੇ ਕਹਿੰਦੇ ਸੀ ਵੀ ਸਾਡੇ ਵਰਗਾ ਬਲੀ ਕੋਈ ਨਹੀਂ, ਰਾਵਣ ਵਰਗੇ, ਕੰਸ ਵਰਗੇ, ਹਰਨਾਕਸ਼ ਵਰਗੇ, ਜਿਹੜੇ ਕਹਿੰਦੇ ਸੀ ਅਸੀਂ ਬੜੇ ਕਰੜੇ ਹਾਂ, ਅਸੀਂ ਬੜੇ ਬਲੀ ਹਾਂ। ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਨੂੰ ਵੀ ਟੱਠੇ ਹੋਏ ਵੇਖਿਆ ਵੀ ਉਹ ਵੀ ਟਹਿ ਗਏ ਨੇ, ਉਹ ਵੀ ਮਿੱਟੀ ਵਿੱਚ ਮਿਲ ਕੇ ਗਰਕ ਹੋ ਗਏ ਨੇ। ਬਹੁਤ ਥਾਵਾਂ ਤੇ ਢੰਡੋਲ ਢੰਡੋਲ ਕੇ ਤੱਕ ਲਿਆ, ਮੈਂ ਵੇਖ ਲਿਆ ਤੇ ਬੜੇ ਬੜੇ ਵੱਡੇ ਤੇ ਕਰੜੇ ਆਪਣੇ ਆਪ ਨੂੰ ਕਹਾਉਣ ਵਾਲੇ ਬਲੀ, ਜਿਹੜੇ ਕਹਿੰਦੇ ਸੀ ਸਾਡੀਆਂ ਦੇਹੀਆਂ ਵਜਰਦੀਆਂ ਨੇ, ਉਹ ਦੁਰਯੋਧਨ ਵਰਗੇ ਵੀ ਮੈਂ ਟੱਠੇ ਵੇਖੇ ਨੇ ਕਿ ਜਿਨ੍ਹਾਂ ਦੀਆਂ ਦੇਹਾਂ ਨੂੰ ਅੰਤ ਨੂੰ ਗਿਰਜਾਂ ਨੇ ਵੀ ਨਹੀਂ ਖਾਧਾ। ਤੇ
ਜੇ ਏਡੇ ਏਡੇ ਵੱਡੇ ਢਹਿ ਗਏ ਨੇ, ਟੱਠ ਗਏ ਨੇ, ਤੇ ਮਨਾ ਤੂੰ ਕੀ ਹੈ? ਆਪਣੇ ਆਪ ਨੂੰ ਸੰਬੋਧਨ ਕਰਕੇ ਵੇਖੀਏ, ਤੂੰ ਹੈ ਕੀ? ਤੇਰਾ ਕਿੰਨਾ ਕੁ ਵਜੂਦ ਹੈ ਬਈ? ਰਾਜੇ ਮਾਨ ਧਾਤਾ ਵਰਗੇ ਜਿਨ੍ਹਾਂ ਦੀ ਰੱਥ ਦੇ ਪਹੀਆਂ ਨਾਲ ਪਈਆਂ ਦਰਾੜਾਂ ਦੇ ਨਾਲ 7 ਸਮੁੰਦਰ ਬਣ ਜਾਂਦੇ ਨੇ, ਏਡਾ ਵੱਡਾ ਰਾਜਾ ਹੈ, ਉਹ ਵੀ ਢਹਿੰਦੇ ਵੇਖ ਲਏ ਨੇ, ਢੱਠੇ ਵੇਖ ਲਏ ਨੇ ਮੈਂ, ਤੇ ਮਨਾ ਤੂੰ ਕੀ ਹੈ? ਤੇਰੀ ਕਿੰਨੀ ਕੁ ਹਸਤੀ ਹੈ? ਤੇਰਾ ਕਿੰਨਾ ਕੁ ਵਜੂਦ ਹੈ ਬਈ? ਬੜੇ ਬੜੇ ਕਰਾਰੇ ਕਰੜੇ ਜਿਹੜੇ ਆਪਣੇ ਆਪ ਨੂੰ ਬਲੀ ਕਹਾਉਣ ਵਾਲੇ ਸਨ, ਆਪਣਾ ਹੁਕਮ ਮਨਾਉਣ ਵਾਲੇ ਸਨ ਲੋਕਾਂ ਨੂੰ, ਕਹਿੰਦੇ ਉਹ ਵੀ ਮੈਂ ਢਹਿੰਦੇ ਵੇਖੇ ਹਨ, ਢੱਠੇ ਵੇਖੇ ਹਨ। ਭਾਰੇ ਢਹਿ ਤੇ ਢਹਿ ਪਏ, ਹੌਲੇ ਨਿਕਸੇ ਪਾਰ। ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਾਪ ਕਰਮਾਂ ਦੀ ਪੰਡ ਭਰੀ ਆ, ਆਪਣੀ ਪਾਪ ਕਰਮਾਂ ਦਾ ਬੋਝ, ਪਾਪ ਕਰਮਾਂ ਦੇ ਨਾਲ ਨਾਲ ਆਪਣੇ ਜੀਵਨ ਨੂੰ ਬਤੀਤ ਕੀਤਾ, ਉਹਨਾਂ ਨੇ ਇੰਨਾ ਭਾਰ ਚੁੱਕ ਲਿਆ, ਪੰਡ ਪਾਪਾਂ ਦੀ ਏਡੀ ਵੱਡੀ ਚੁੱਕ ਲਈ ਹੈ, ਉਹ ਉਸ ਪਾਪਾਂ ਦੀ ਪੰਡ ਦੇ ਵਿੱਚ ਉਰੇ ਹੀ ਢਹਿ ਗਏ, ਉਰੇ ਹੀ, ਉਹ ਤਾਂ ਕਿਨਾਰੇ ਦੇ ਉੱਤੇ ਹੀ ਢਹਿ ਗਏ। ਤੇ ਜਿਹੜੇ ਹੌਲੇ ਸੀ ਨਾ, ਜਿਨ੍ਹਾਂ ਨੇ ਪਾਪ ਕਰਮਾਂ ਤੋਂ ਬਚ ਕੇ ਪਰਮੇਸ਼ਰ ਦੀ ਬੰਦਗੀ ਆਰਾਧਨਾ ਕਰਦਿਆਂ ਜੀਵਨ ਬਸਰ ਕੀਤਾ, ਉਹ ਜਿਹੜੇ ਹੌਲੇ ਸੀ ਨਾ, ਹਲਕੇ ਹਲਕੇ, ਉਹ ਤਰ ਕੇ ਪਾਰ ਚਲੇ ਗਏ। ਹੌਲੇ ਨਿਕਸੇ ਪਾਰ। ਤੇ ਜਿਨ੍ਹਾਂ ਨੇ ਪਾਪ ਹੀ ਕੀਤੇ ਸਾਰੀ ਜ਼ਿੰਦਗੀ ਉਰੇ ਹੀ ਢਹਿ ਗਏ, ਉਹਨਾਂ ਨੇ ਪਾਰ ਤਾਂ ਕੀ ਜਾਣਾ, ਵਿੱਚ ਵੀ ਨਹੀਂ ਵੜੇ, ਉਰੇ ਹੀ ਢੱਠ ਗਏ। ਇੰਨਾ ਵਜਨ ਚੁੱਕ ਲਿਆ ਵੀ ਉਰੇ ਹੀ ਰਹਿ ਗਏ। ਦੂਜੇ ਜਨਮ 'ਚ ਪੈ ਗਏ, ਫਿਰ ਤੀਜੇ 'ਚ ਪੈ ਗਏ, ਫਿਰ ਚੌਥੇ 'ਚ ਪੈ ਗਏ, ਏਦਾਂ ਹੀ ਭਟਕਦੇ ਰਹੇ ਉਰੇ ਹੀ, ਆ ਇਸੇ ਸੰਸਾਰ 'ਚ। ਜਿਹੜੇ ਹੌਲੇ ਸੀ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ, ਉਹ ਇਸ ਭਵ ਸਾਗਰ ਤੋਂ ਪਾਰ ਉਤਰ ਗਏ, ਅਕਾਲ ਪੁਰਖ ਦੀ ਬੰਦਗੀ ਕਰਕੇ ਪਾਰ ਉਤਰ ਗਏ। ਅਮਰ ਅਜਾਚੇ ਹਰ ਮੇਲੇ, ਤਿਨ ਕੈ ਹਉ ਬਲ ਜਾਓ। ਕਹਿੰਦੇ ਜਿਹੜੇ ਅਜਾਚੀ, ਅਜਾਚੀ ਦਾ ਮਤਲਬ ਜਿਨ੍ਹਾਂ ਅੰਦਰ ਕੋਈ ਕਾਮਨਾ ਨਹੀਂ ਹੈ, ਅਜਾਚੀ, ਉਹ ਜਿਹੜੇ ਨਿਸ਼ਕਾਮ ਸੀ, ਸਤਿਗੁਰੂ ਕਹਿੰਦੇ ਉਹ ਅਮਰ ਨੂੰ ਮਿਲ ਗਿਆ। ਅਮਰ ਦਾ ਮਤਲਬ ਹੁਕਮ ਕਰਨ ਵਾਲਾ, ਹੁਕਮੀ ਪਰਮੇਸ਼ਰ। ਇੱਥੇ ਅਮਰ ਦਾ ਅਰਥ ਕਰਾਂਗੇ ਪਾਰ ਬ੍ਰਹਮ ਪਰਮੇਸ਼ਰ। ਕਹਿੰਦੇ ਉਹ ਹੁਕਮ ਕਰਨ ਵਾਲੇ ਹਰੀ ਪਾਰ ਬ੍ਰਹਮ ਪਰਮੇਸ਼ਰ ਨੂੰ ਮਿਲ ਗਏ। ਕੌਣ ਮਿਲੇ ਜੀ? ਜਿਨ੍ਹਾਂ ਅੰਦਰ ਕੋਈ ਕਾਮਨਾ ਨਹੀਂ ਸੀ, ਜਿਹੜੇ ਅਜਾਚੀ ਨਿਸ਼ਕਾਮ ਸਨ। ਤੇ ਜਿਹੜੇ ਉਸ ਵਾਹਿਗੁਰੂ ਨੂੰ, ਹਰੀ ਨੂੰ ਮਿਲ ਗਏ, ਤਿਨ ਕੈ ਹਉ ਬਲ ਜਾਓ, ਉਹਨਾਂ ਤੋਂ ਮੈਂ ਬਲਿਹਾਰ ਜਾਵਾਂ, ਉਹਨਾਂ ਤੋਂ ਮੈਂ ਵਾਰੇ ਵਾਰੇ ਜਾਵਾਂ। ਤਿਨ ਕੇ ਧੂੜ ਅਕੁੱਲਿਐ, ਸੰਗਤ ਮੇਲ ਮਿਲਾ। ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਤੋਂ ਕੁਰਬਾਨ ਜਾਵਾਂ, ਵਾਰੇ ਵਾਰੇ ਜਾਵਾਂ। ਔਰ ਬੇਨਤੀ ਕਰਦਾ ਮਹਾਰਾਜ, ਜਿਹੜੇ ਤੇਰੇ ਇਹੋ ਜਿਹੇ ਪਿਆਰੇ ਨੇ, ਮੈਨੂੰ ਉਹਨਾਂ ਦੀ ਸੰਗਤ ਦਾ ਮੇਲ ਮਿਲਾਓ। ਆਪਣਿਆਂ ਪਿਆਰਿਆਂ ਗੁਰਮੁਖਾਂ ਦੀ ਸੰਗਤ ਦਾ ਮੇਲਾ ਮੈਨੂੰ ਬਖਸ਼ੋ ਮਹਾਰਾਜ। ਜਿਹੜੇ ਤੁਹਾਨੂੰ ਮਿਲੇ ਹੋਏ ਨੇ, ਆਪਣੇ ਮਿਲਿਆਂ ਹੋਇਆਂ ਦਾ ਮੇਲ ਪ੍ਰਦਾਨ ਕਰੋ। ਮਨ ਦੀਆ ਗੁਰ ਆਪਣਾ, ਪਾਇਆ ਨਿਰਮਲ ਨਾਮ। ਰੱਬ ਦੇ ਪਿਆਰਿਆਂ ਨੇ ਆਪਣਾ ਮਨ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਮਨ ਦੇ ਦਿੱਤਾ ਗੁਰਮੁਖਾਂ ਨੇ ਆਪਣੇ ਗੁਰੂ ਨੂੰ, ਔਰ ਆਪਣੇ ਸਤਿਗੁਰਾਂ ਨੂੰ ਮਨ ਦੇ ਕੇ ਸਤਿਗੁਰਾਂ ਕੋਲੋਂ ਨਿਰਮਲ ਨਾਮ ਦੀ ਪ੍ਰਾਪਤੀ ਕਰ ਲਈ ਹੈ। ਨਾਮ ਕਿਵੇਂ ਮਿਲਦਾ ਜੀ? ਮਹਾਰਾਜ ਜੀ ਕਹਿੰਦੇ ਮਨ ਭੇਟ ਕਰਕੇ। ਮਨ ਦੇ ਦਿਓ ਗੁਰੂ ਨੂੰ ਤੇ ਨਾਮ ਪ੍ਰਾਪਤ ਹੋ ਜਾਂਦਾ ਹੈ। ਤਾਂ ਹੀ ਤਾਂ ਭਗਤ ਜੀ ਨੇ ਕਿਹਾ ਨਾ ਵੀ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਮਨ ਦੇ ਕੇ ਪ੍ਰਾਪਤ ਹੁੰਦਾ ਅੰਮ੍ਰਿਤ ਨਾਮ। ਤੋ ਗੁਰਮੁਖਾਂ ਨੇ ਆਪਣਾ ਮਨ ਗੁਰੂ ਨੂੰ ਭੇਟ ਕਰਕੇ ਗੁਰੂ ਕੋਲੋਂ ਨਿਰਮਲ ਨਾਮ ਦੀ ਪ੍ਰਾਪਤੀ ਕੀਤੀ ਹੈ। ਜਿਨ ਨਾਮ ਦਿਆ ਤਿਸ ਸੇਵਸਾ,
ਤਿਸ ਬਲਿਹਾਰੈ ਜਾਓ। ਜਿਸ ਗੁਰੂ ਨੇ ਸਾਨੂੰ ਅੰਮ੍ਰਿਤ ਨਾਮ ਦੀ ਦਾਤ ਦਿੱਤੀ ਹੈ, ਮੈਂ ਆਪਣੇ ਐਸੇ ਗੁਰੂ ਨੂੰ ਸੇਵਦਾ। ਜਿਨ ਨਾਮ ਦਿਆ ਤਿਸ ਸੇਵ ਸਾ, ਜਿਸ ਨੇ ਨਾਮ ਦਿੱਤਾ ਮੈਂ ਤਿਸ ਨੂੰ ਸੇਵਦਾ ਹਾਂ। ਤਿਸ ਬਲਿਹਾਰੈ ਜਾਓ, ਮੈਂ ਆਪਣੇ ਐਸੇ ਸਾਹਿਬ ਤੋਂ, ਐਸੇ ਮਾਲਕ ਤੋਂ ਬਲਿਹਾਰ ਜਾਵਾਂ। ਜੋ ਉਸਾਰੇ ਸੋ ਢਾਹਸੇ, ਤਿਸ ਬਿਨ ਅਵਰ ਨ ਜਿਹੜਾ ਇਹ ਕੋਇ। ਸੰਸਾਰ ਨੂੰ ਉਸਾਰਦਾ, ਬਣਾਉਂਦਾ, ਰਚਦਾ, ਉਹੀ ਇਸ ਨੂੰ ਢਾਣ ਵਾਲਾ ਵੀ ਹੈ, ਇਹਨੂੰ ਲੈ ਕਰਨ ਵਾਲਾ ਵੀ ਹੈ, ਪਰਲੈ ਕਰਨ ਵਾਲਾ ਵੀ ਹੈ। ਜਿਹੜਾ ਉਸਾਰਦਾ ਹੈ ਉਹ ਢਾਉਂਦਾ ਵੀ ਹੈ। ਜਿਸ ਨੇ ਬਣਾਈ ਹੈ ਇਹ ਸਾਰੀ ਸ੍ਰਿਸ਼ਟੀ, ਇਹ ਸਾਰਾ ਸੰਸਾਰ, ਉਹਨੂੰ ਆਪਣੇ ਵਿੱਚ ਲੈ ਕਰਨ ਵਾਲਾ ਵੀ ਹੈ। ਔਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਹੀਂ। ਗੁਰ ਪ੍ਰਸਾਦੇ ਤਿਸ ਸੰਮਲਾ, ਤਾ ਤਨ ਦੁਖ ਨ ਹੋਏ। ਕਹਿੰਦੇ ਗੁਰੂ ਦੀ ਕਿਰਪਾ ਨਾਲ ਮੈਂ ਤਿਸ ਵਾਹਿਗੁਰੂ ਨੂੰ ਸੰਭਲਾਂ, ਕਹੀਏ ਸੰਭਾਲਦਾ ਹਾਂ। ਜਿਹੜੇ ਸੰਭਾਲਦੇ ਨੇ ਉਸ ਵਾਹਿਗੁਰੂ ਦੇ ਨਾਮ ਨੂੰ, ਉਹਨਾਂ ਦੇ ਤਨ ਨੂੰ ਫਿਰ ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ। ਨਾ ਕੋ ਮੇਰਾ ਕਿਸ ਗਣਹਿ, ਨਾ ਕੇ ਹੋ ਆਨ। ਨਾ ਕੋ ਮੇਰਾ ਕਿਸ ਗਹੇ, ਨਾ ਕੋ ਹੋਆ ਨ ਹੋਗ। ਕਹਿੰਦੇ ਨਾ ਤਾਂ ਮੈਂ ਆਪਣਾ ਕਿਸੇ ਨੂੰ ਗ੍ਰਹਿਣ ਕਰਕੇ ਗ੍ਰਹਿਣ ਕੀਤਾ ਵੀ ਮੇਰਾ ਕੋਈ ਹੈ, ਨਾ ਕੋ ਮੇਰਾ, ਮੇਰਾ ਕੋਈ ਨਹੀਂ ਹੈ। ਕਿਸ ਗਹੀ, ਮੈਂ ਕਿਸ ਨੂੰ ਗ੍ਰਹਿਣ ਕਰਾਂ, ਕਿਸ ਨੂੰ ਪਕੜਾਂ। ਜਦੋਂ ਮੇਰਾ ਕੋਈ ਹੈ ਹੀ ਨਹੀਂ ਇਹ ਸੰਸਾਰ ਵਿੱਚ, ਕਿਸ ਨੂੰ ਗ੍ਰਹਿਣ ਕਰਾਂ। ਨਾ ਕੋ ਹੋਆ, ਨਾ ਹੁਣ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਹੋਵੇਗਾ। ਨਾ ਕੋ ਹੋਆ ਨਾ ਹੋਗ, ਨਾ ਪਹਿਲਾਂ ਸੀ ਕਿਸ ਨੂੰ ਗ੍ਰਹਿਣ ਕੀਤਾ, ਨਾ ਹੁਣ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕੋਈ ਹੋਵੇਗਾ। ਕਿਉਂਕਿ ਇਹ ਸਭ ਸੰਸਾਰ ਮਿਥਿਆ ਤੇ ਨਸ਼ਵਰ ਹੈ। ਨਸ਼ਵਰ ਚੀਜ਼ ਜਿਹੜੀ ਨਾਸ ਹੋ ਜਾਣੀ ਹੈ, ਉਹ ਕਿਸੇ ਦੀ ਕਿਵੇਂ ਹੋ ਸਕਦੀ ਹੈ। ਜਿਹੜੀ ਚੀਜ਼ ਨੇ ਬਿਨਸ ਜਾਣਾ ਹੈ, ਉਹ ਕਿਸੇ ਦੀ ਕਿਵੇਂ ਹੋ ਸਕਦੀ ਹੈ ਭਲਾ। ਇਸ ਕਰਕੇ ਪਾਤਸ਼ਾਹ ਬੜੇ ਵੈਰਾਗ ਵਿੱਚ ਆ ਕੇ ਕਹਿ ਰਹੇ ਨੇ ਕਿ ਨਾਮ ਕੁਝ ਮੇਰਾ ਹੈ, ਨਾ ਮੈਂ ਕਿਸੇ ਨੂੰ ਗ੍ਰਹਿਣ ਕੀਤਾ ਪਕੜਿਆ, ਨਾ ਹੁਣ ਹੈ ਮੇਰਾ ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਕੁਝ ਮੇਰਾ ਹੋਵੇਗਾ। ਆਵਣ ਜਾਣ ਵਿਗੁਚੀਐ, ਦੁਬਧਾ ਵਿਆਪੈ ਰੋਗ। ਆਵਾਗੌਣ ਦੇ ਚੱਕਰਾਂ ਵਿੱਚ ਪਿਆ ਇਹ ਜੀਵ ਖੁਆਰ ਹੁੰਦਾ ਹੈ, ਆਉਂਦਾ ਜਾਂਦਾ ਤੇ ਖੁਆਰ ਹੁੰਦਾ ਹੈ। ਦੁਬਧਾ ਵਿਆਪੈ ਰੋਗ, ਇਹਨੂੰ ਦੁਬਧਾ ਵਿਆਪਦੀ ਹੈ, ਦੁਬਧਾ ਦੇ ਰੋਗ ਵਿਆਪਦੇ ਹਨ। ਨਾਮ ਵਿਹੂਣੇ ਆਦਮੇ, ਕਲਰ ਕੰਧ ਗਰੰਤ। ਉਹ ਨਾਮ ਤੋਂ ਵਿਹੂਣੇ ਬੰਦਿਆ ਸੁਣ, ਜਿਵੇਂ ਕੱਲਰ ਦੇ ਨਾਲ ਕੰਧ ਨਹੀਂ ਢਹਿ ਢੇਰੀ ਹੋ ਜਾਂਦੀ, ਕਹਿੰਦੇ ਏਦਾਂ ਨਾਮ ਤੋਂ ਬਿਨਾਂ ਤੂੰ ਵੀ ਇੱਕ ਦਿਨ ਢਹਿ ਢੇਰੀ ਹੋ ਜਾਣਾ, ਕੱਲਰ ਦੀ ਕੰਧ ਵਾਂਗੂ। ਜਿਵੇਂ ਕੱਲਰ ਨਾਲ ਕੰਧ ਡਿੱਗ ਜਾਂਦੀ ਹੈ ਨਾ ਧੜਮ ਦੇ ਕੇ, ਇੱਕ ਦਿਨ ਤੈਂ ਵੀ ਗਿਰ ਜਾਣਾ, ਡਿੱਗ ਜਾਣਾ। ਸਜਣਾ ਜੇ ਪਰਮੇਸ਼ਰ ਦਾ ਭਜਨ ਨਹੀਂ ਕਰਦਾ ਤਾਂ ਇਹ ਦੇਹ ਕੱਲਰੀ ਕੰਧ ਦੇ ਸਮਾਨ ਹੀ ਹੈ। ਜੇ ਭਜਨ ਨਹੀਂ ਕਰਦਾ, ਨਿਰੰਕਾਰ ਦੀ ਬੰਦਗੀ ਨਹੀਂ ਕਰਦਾ, ਤਾਂ ਫਿਰ ਇਸ ਦੇਹ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਇਹਦਾ ਕੋਈ ਵੀ ਫਲ ਪ੍ਰਾਪਤ ਨਹੀਂ ਹੁੰਦਾ। ਵੇ ਨੰਨਾ ਵੈ ਕਿਉ ਛੋਟਿਐ, ਜਾਏ ਰਸਾਤਲ ਅੰਤ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੂੰ ਕਿਵੇਂ ਛੁੱਟ ਸਕਦਾ ਹੈ? ਅਖੀਰ ਨੂੰ ਰਸਾਤਲ ਨਰਕਾਂ ਦੇ ਵਿੱਚ ਜਾ ਕੇ ਗੋਤੇ ਖਾਵੇਂਗਾ। ਰਸਾਤਲ ਕਹਿੰਦੇ ਆ ਨਰਕ ਨੂੰ। ਜੇ ਭਜਨ ਨਹੀਂ ਕਰਦਾ ਪਰਮੇਸ਼ਰ ਦਾ, ਅਕਾਲ ਪੁਰਖ ਦੇ ਨਾਮ ਤੋਂ ਵੀ ਹੋਣਾ, ਤੂੰ ਛੁੱਟ ਨਹੀਂ ਸਕਦਾ। ਅਖੀਰ ਨੂੰ ਇਹ ਸੰਸਾਰ ਦੇ ਵਿੱਚ ਜਾ ਕੇ ਰਸਾਤਲ ਕਹੀਏ
ਨਰਕ ਦੇ ਵਿੱਚ ਜਾ ਕੇ ਡਿੱਗ ਜਾਵੇਂਗਾ। ਗਣਤ ਗਣਾਵੈ ਅਖਰੇ, ਅਗਣਤ ਸਾਚਾ ਸੋਏ। ਕਹਿੰਦੇ ਬਹੁਤ ਨੇ ਜਿਹੜੇ ਕਹਿੰਦੇ ਜੀ ਅਸੀਂ ਆਹ ਗ੍ਰੰਥ ਵੀ ਪੜ੍ਹਿਆ, ਆਹ ਪੁਸਤਕ ਵੀ ਪੜ੍ਹੀ ਆ ਜੀ, ਅਸੀਂ ਆਹ ਵੀ ਪੜ੍ਹਿਆ। ਉਹ ਬੜੀਆਂ ਗਿਣਤੀਆਂ ਕਰਾਉਂਦੇ, ਮੈਂ ਬੜਾ ਪੜ੍ਹਿਆ ਹੋਇਆ, ਫਲਾਣਾ ਧਰਮ ਗ੍ਰੰਥ ਵੀ ਪੜ੍ਹਿਆ, ਅਮਕੀ ਪੋਥੀ ਵੀ ਪੜ੍ਹੀ ਹੈ। ਉਹ ਗਿਣਤੀਆਂ ਮਿਣਤੀਆਂ ਕਰਦੇ ਰਹਿੰਦੇ ਆ, ਮੈਂ ਆਹ ਵੀ ਪੜ੍ਹਿਆ, ਆਹ ਵੀ ਪੜ੍ਹਿਆ, ਆਹ ਵੀ ਪੜ੍ਹਿਆ। ਕਹਿੰਦੇ ਗਿਣਤੀਆਂ ਉਹਦੀਆਂ ਕਰਦੇ ਨੇ ਜਿਹੜਾ ਅਣਗਿਣਤ ਹੈ, ਜਿਹਦੇ ਬਾਰੇ ਕੁਝ ਗਿਣਤੀ ਮਿਣਤੀ ਵਿੱਚ ਜਿਹਦਾ ਕੁਝ ਲਿਆਂਦਾ ਹੀ ਨਹੀਂ ਜਾ ਸਕਦਾ। ਉਹਦੇ ਬਾਰੇ ਗਣਤ ਗਣਾਵੈ ਅੱਖਰੀ, ਆਪਣੇ ਅੱਖਰਾਂ ਦੀ ਗਿਣਤੀ ਮਿਣਤੀ ਕਰਕੇ ਗਣਾਉਂਦਾ। ਕਿਸ ਬਾਰੇ? ਜੋ ਅਗਣਤ ਹੈ, ਅਗਣਤ ਸਾਚਾ ਸੋਏ। ਉਹ ਸੱਚਾ ਸੋਭਨੀਕ ਵਾਹਿਗੁਰੂ ਤਾਂ ਅਣਗਿਣਤ ਹੈ ਭਾਈ, ਤੇਰੀਆਂ ਗਿਣਤੀਆਂ ਮਿਣਤੀਆਂ ਨਾਲ ਉਹ ਕਿਵੇਂ ਤੇਰੇ ਵੱਸ ਆ ਸਕਦਾ ਹੈ? ਅਗਿਆਨੀ ਮਤਹੀਣ ਹੈ, ਗੁਰ ਬਿਨ ਗਿਆਨ ਨ ਹੋਏ। ਜਿਹੜਾ ਗਿਆਨੀ ਹੈ ਉਹ ਮਤਹੀਣ ਹੈ। ਸੱਜਣਾ ਯਾਦ ਰੱਖੀ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਣਾ। ਅਗਿਆਨੀ ਮਤਹੀਣਾ ਹੁੰਦਾ, ਅਕਲ ਨਹੀਂ ਹੁੰਦੀ ਅਗਿਆਨੀ ਕੋਲ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਗੁਰ ਬਿਨ ਗਿਆਨ ਨ ਹੋਏ, ਗੁਰੂ ਬਿਨਾਂ ਗਿਆਨ ਨਹੀਂ ਹੋ ਸਕਦਾ। ਟੂਟੇ ਤੰਤਰ ਬਾਬ ਕੇ, ਵਾਜੈ ਨਹੀਂ ਵਿਜੋਗ। ਕਹਿੰਦੇ ਜਦੋਂ ਰਬਾਬ ਦੀ ਤੰਦ ਟੁੱਟ ਜਾਏ ਨਾ ਤੇ ਫਿਰ ਉਹ ਵੱਜਦੀ ਨਹੀਂ। ਇਸੇ ਤਰ੍ਹਾਂ ਇਹ ਸਰੀਰ ਰੂਪੀ ਰਬਾਬ ਦੇ ਵਿੱਚ ਜਿਹੜੀ ਪ੍ਰਾਣਾਂ ਦੀ ਡੋਰ ਹੈ, ਤੰਤ, ਉਹ ਟੁੱਟ ਗਈ, ਫਿਰ ਇਹ ਸਰੀਰ ਵੱਜਦਾ ਨਹੀਂ, ਚੇਸ਼ਟਾ ਨਹੀਂ ਕਰਦਾ। ਰਬਾਬ ਦੀ ਤੰਦ ਟੁੱਟ ਜੇ ਵੱਜਦੀ ਥੋੜੀ ਹੈ। ਇਹ ਸਰੀਰ ਚੋਂ ਪ੍ਰਾਣਾਂ ਦੀ ਤੰਦ ਟੁੱਟ ਜਾਏ, ਫਿਰ ਇਹਨੇ ਚੇਸ਼ਟਾ ਥੋੜੀ ਕਰਨਾ, ਨਾ ਵੇਖਣਾ, ਨਾ ਸੁਣਨਾ, ਨਾ ਬੋਲਣਾ। ਫਿਰ ਜਿਹੜਾ ਵਿਜੋਗ ਹੋ ਗਿਆ ਨਾ ਸਰੀਰ ਵਿੱਚੋਂ ਪ੍ਰਾਣਾਂ ਦਾ, ਉਹ ਵਿਜੋਗ ਹੋਇਆ ਜਿਹੜਾ ਪ੍ਰਾਣਾਂ ਦਾ, ਫਿਰ ਉਹ ਇਹਦੇ ਇਸੇ ਸਰੀਰ ਵਿੱਚ ਉਹ ਫਿਰ ਦੁਬਾਰਾ ਸੰਜੋਗ ਨਹੀਂ ਬਣਦਾ। ਇੱਕ ਵਾਰੀ ਜੇ ਸਰੀਰ ਛੁੱਟ ਗਿਆ ਜਿਹਨਾਂ ਪ੍ਰਾਣਾਂ ਦਾ, ਉਹ ਮੁੜ ਕੇ ਇਸ ਸਰੀਰ ਦੇ ਵਿੱਚ ਨਹੀਂ ਆਉਂਦੇ। ਹਾਂਜੀ, ਵਿਛੜਿਆ ਮੇਲੇ ਪ੍ਰਭੂ, ਨਾਨਕ ਕਰ ਸੰਜੋਗ। ਵਾਹਿਗੁਰੂ ਫਿਰ ਸੰਜੋਗ ਬਣਾ ਦਿੰਦਾ। ਜੇ ਕੋਈ ਕਰਮ ਚੰਗੇ ਹੋਣ ਤਾਂ ਉਹ ਜਿਹੜੇ ਪ੍ਰਾਣ ਨੇ ਅੱਗੇ ਕਿਸੇ ਹੋਰ ਸਰੀਰ ਦੇ ਵਿੱਚ ਉਹਦਾ ਸੰਜੋਗ ਬਣਾ ਦਿੰਦਾ, ਵਾਹਿਗੁਰੂ ਮਿਲਾ ਦਿੰਦਾ। ਪਰ ਜਿਹੜਾ ਸਰੀਰ ਇੱਕ ਵਾਰੀ ਤਿਆਗ ਦਿੱਤਾ, ਮੁੜ ਕੇ ਉਸੇ ਸਰੀਰ ਵਿੱਚ ਪ੍ਰਾਣ ਨਹੀਂ ਆਉਂਦੇ। ਹਾਂ, ਕੋਈ ਚੰਗੇ ਕਰਮ ਹੋਣ, ਦੁਬਾਰਾ ਫੇਰ ਉਹ ਮਨੁੱਖੀ ਕਾਇਆ ਮਿਲ ਜਾਏ, ਉਹਦੀ ਕਿਰਪਾ ਨਾਲ ਸੰਜੋਗ ਬਣ ਜਾਏ, ਤੇ ਉਹੀ ਪ੍ਰਾਣ ਜੋ ਪਹਿਲਾਂ ਸੂਖਸ਼ਮ ਸਰੀਰ ਨਿਕਲਿਆ ਸੀ, ਉਹ ਦੂਸਰੇ ਸਥੂਲ ਸਰੀਰ ਦੇ ਵਿੱਚ ਪਾ ਦਿੰਦਾ ਹੈ। ਤਰਵਰ ਕਾਇਆ ਪੰਖ ਮਨ, ਤਰਵਰ ਪੰਖੇ ਪੰਚ। ਇਹ ਜਿਹੜਾ ਸਰੀਰ ਹੈ ਨਾ, ਇਹ ਕਹਿ ਸਕਦੇ ਆ ਵੀ ਇੱਕ ਦਰਖਤ ਹੈ। ਇਹ ਸਰੀਰ ਦਰਖਤ ਹੈ, ਔਰ ਇਹਦੇ ਵਿੱਚ ਪੰਛੀ ਹੈ ਮਨ। ਜਿਵੇਂ ਦਰਖਤ ਦੇ ਉੱਤੇ ਪੰਛੀ ਬਹਿੰਦਾ ਨਾ, ਮਨ ਉਹੀ ਰਹੇਗਾ। ਅੱਜ ਤੋਂ ਕਰੋੜਾਂ ਸਾਲ ਪਹਿਲਾਂ, ਅਰਬਾਂ ਖਰਬਾਂ ਸਾਲ ਪਹਿਲਾਂ, ਨਹੀਂ ਕਹਿ ਸਕਦੇ ਕਿੰਨੇ ਸਾਲ ਪਹਿਲਾਂ, ਜਦੋਂ ਅਸੀਂ ਬਣੇ ਸੀ, ਇਹ ਮਨ ਉਦੋਂ ਦਾ ਬਣਿਆ ਹੋਇਆ ਸਾਡਾ। ਸਰੀਰ ਭਾਵੇਂ ਕਰੋੜਾਂ ਲੱਖਾਂ ਬਦਲੇ ਹੋਣਗੇ, ਮਨ ਉਹੀ ਚੱਲਦਾ ਆ ਰਿਹਾ। ਇਹ ਸਰੀਰ ਨੂੰ ਤਿਆਗਣ ਤੋਂ ਬਾਅਦ ਜੇ ਨਹੀਂ ਮੋਕਸ਼ ਨੂੰ ਪ੍ਰਾਪਤ ਹੋਏ ਤਾਂ ਮਨ ਉਹੀ ਰਹੇਗਾ, ਅੱਗੇ ਵੀ ਸਰੀਰ ਬਦਲਦੇ ਰਹਿਣਗੇ। ਕਿਉਂਕਿ ਇਹ ਸਰੀਰ ਦਰਖਤ ਹੈ, ਪੰਛੀ ਉੱਤੇ ਬਹਿੰਦਾ, ਉੱਡ ਕੇ ਦੂਜੇ ਦਰਖਤ ਤੇ, ਫਿਰ ਤੀਜੇ ਦਰਖਤ ਤੇ, ਏਦਾਂ ਉਹ ਚੱਲਦਾ ਚੱਲਦਾ ਚਲਿਆ ਜਾਂਦਾ। ਕਹਿੰਦੇ ਸਰੀਰ ਤਰਵਰ ਕਾਇਆ, ਇਹ ਦਰਖਤ ਹੈ, ਇੱਕ ਦਰਖਤ ਦੇ ਸਮਾਨ ਹੈ। ਔਰ ਜਿਹੜਾ ਸਾਡਾ ਮਨ ਹੈ ਉਹ ਪੰਛੀ ਹੈ। ਤੇ ਤਰਵਰ ਪੰਖੀ ਪੰਚ, ਤੇ ਜਿਹੜੇ ਪੰਜ ਪ੍ਰਾਣ ਨੇ ਉਹ ਸਾਡੇ ਇਸ ਮਨ ਰੂਪੀ ਪੰਛੀ ਦੇ ਖੰਭ ਨੇ।
ਪੰਜ ਪ੍ਰਾਣ ਨੇ ਨਾ ਸਰੀਰ 'ਚ, ਪਾਨ ਸਮਾਨ ਬਿਆਨ ਉਦਿਆਨ। ਤੋ ਉਹ ਜਿਹੜੇ ਪੰਜ ਪ੍ਰਾਣ ਨੇ ਉਹ ਇਸ ਮਨ ਰੂਪੀ ਪੰਛੀ ਦੇ ਖੰਭ ਨੇ। ਮਨ ਜਿਹੜਾ ਉਹ ਪ੍ਰਾਣਾਂ ਦੇ ਉੱਤੇ ਉੱਡਦਾ, ਪ੍ਰਾਣਾਂ ਦੇ ਆਸਰੇ ਚੱਲਦਾ। ਤੁਸੀਂ ਆਪਣੇ ਸਵਾਸ ਰੋਕੋ, ਅੱਧੇ ਮਿੰਟ ਲਈ ਰੋਕੋ, ਫਿਰ ਮਿੰਟ ਲਈ ਰੋਕੋ, 1.5 ਮਿੰਟ ਲਈ, ਕਈ ਬਹੁਤ ਲੰਮੇ ਸਮੇਂ ਤੱਕ ਵੀ ਸਵਾਸ ਰੋਕ ਲੈਂਦੇ। 60 ਸਕਿੰਟ 70 ਸਕਿੰਟ, ਜਿੰਨੇ ਸਕਿੰਟਾਂ ਮਿੰਟਾਂ ਲਈ ਤੁਸੀਂ ਆਪਣੇ ਸਵਾਸ ਰੋਕੋਗੇ ਛਾਤੀ 'ਚ ਭਰ ਕੇ, ਓਨੀ ਦੇਰ ਤੱਕ ਮਨ ਅੰਦਰ ਹੀ ਰਹੇਗਾ। ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲੈਣਾ, ਉਦੋਂ ਤੱਕ ਮਨ ਜਿਹੜਾ ਉਹ ਇਕਾਗਰ ਹੋ ਕੇ ਬਿਲਕੁਲ ਅੰਦਰ ਹੀ ਰਹੇਗਾ। ਜਦੋਂ ਸਵਾਸ ਛੱਡੋਗੇ, ਸਵਾਸਾਂ ਦੇ ਨਾਲ ਹੀ ਮਨ ਵੀ ਬਾਹਰ ਚਲਾ ਜਾਏਗਾ, ਕਿਉਂਕਿ ਮਨ ਉੱਡਦਾ ਹੈ ਇਹਨਾਂ ਪੰਜ ਪ੍ਰਾਣਾਂ ਦੇ ਆਸਰੇ। ਇਦਾਂ ਕਹਿ ਸਕਦੇ ਹਾਂ ਮਨ ਪੰਛੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨ ਪੰਛੀ ਹੈ, ਔਰ ਜਿਹੜੇ ਪ੍ਰਾਣ ਨੇ ਉਹ ਇਸ ਪੰਛੀ ਦੇ ਖੰਭ ਨੇ। ਜਿਨ੍ਹਾਂ ਖੰਭਾਂ ਦੇ ਆਸਰੇ ਇਹ ਮਨ ਰੂਪੀ ਪੰਛੀ ਉੱਡਦਾ ਹੈ। ਤਤ ਚੁਗ ਹੈ ਮਿਲ ਏਕ ਸੇ, ਤਿਨ ਕਉ ਫਾਸ ਨ ਰੰਚ। ਕਹਿੰਦੇ ਭਾਈ ਜਿਹੜੇ ਤਾਂ ਗੁਰੂ ਨਾਲ ਮਿਲ ਕੇ ਤਤ ਦਾ ਚੋਗਾ ਚੁਗਦੇ ਨੇ, ਜਿਹੜੇ ਮਨ ਰੂਪੀ ਪੰਛੀ, ਪੰਛੀ ਚੋਗਾ ਚੁਗਦੇ ਆ ਨਾ, ਕਹਿੰਦੇ ਜਿਹੜੇ ਤਾਂ ਆਪਣੇ ਗੁਰੂ ਨਾਲ ਮਿਲ ਕੇ ਤਤ ਦਾ ਚੋਗਾ ਚੁਗਦੇ, ਆਤਮ ਤਤ ਦਾ, ਉਹ ਫਿਰ ਏਕ ਸੇ ਗੁਰੂ ਵਿੱਚ ਮਿਲ ਕੇ ਇੱਕ ਮੇਕੀ ਹੋ ਜਾਂਦੇ ਨੇ। ਉਹਨਾਂ ਨੂੰ ਫਿਰ ਰੰਚਕ ਜਿੰਨੀ ਵੀ ਫਾਈ ਨਹੀਂ ਪੈਂਦੀ। ਇਹ ਤਾਂ ਪੰਛੀ ਫਾਈਆਂ 'ਚ ਵੀ ਪੈ ਜਾਂਦੇ ਆ ਨਾ, ਜਿਹੜੇ ਸ਼ਿਕਾਰੀ ਹੁੰਦੇ ਉਹ ਪੰਛੀਆਂ ਨੂੰ ਜਾਲ ਪਾ ਕੇ ਬੰਨ੍ਹਦੇ ਵੀ ਹੈ ਨਾ, ਫਾਈ 'ਚ ਪਾਉਂਦੇ ਆ। ਜਿਹੜੇ ਤਾਂ ਗੁਰੂ ਨਾਲ ਮਿਲ ਕੇ ਤਤ ਚੁਗਦੇ ਆ, ਤਤ ਸੱਚ ਨੂੰ ਗ੍ਰਹਿਣ ਕਰਦੇ ਆ, ਕਹਿੰਦੇ ਉਹਨਾਂ ਨੂੰ ਕਿਸੇ ਵੀ ਵਿਕਾਰ ਦੀ ਫਾਈ ਨਹੀਂ ਪੈਂਦੀ। ਰੰਚਕ ਮਾਤਰ ਵੀ ਉਹ ਕਿਸੇ ਫਾਹੀ ਵਿੱਚ ਨਹੀਂ ਫਸਦੇ। ਉਡ ਹੈ ਤਾਂ ਬੇਗੁਲ ਬੇਗੁਲੇ, ਤਾਂ ਕਹਿ ਚੋਗ ਕਣੇ। ਉਡ ਹੈ ਤਾਂ ਬੇਗੁਲ ਬੇਗੁਲੇ। ਬੇਗੁਲ ਬੇਗੁਲੇ ਦਾ ਮਤਲਬ ਜਿਹੜੇ ਕਾਲੀ ਕਾਲੀ ਨਹੀਂ, ਛੋੜੇ ਛੋੜੇ ਜਿਹੇ ਹੋ ਕੇ ਉੱਡਦੇ ਫਿਰਦੇ, ਆ ਵੀ ਕਰ ਲਈ, ਆ ਵੀ ਕਰ ਲਈ, ਇੱਥੋਂ ਵੀ ਲੈ ਆਈ, ਉੱਥੋਂ ਵੀ ਲੈ ਆਈਏ। ਕਹਿੰਦੇ ਜਿਹੜੇ ਏਦਾਂ ਦੇ ਹੁੰਦੇ ਆ ਮਨ ਰੂਪੀ ਪੰਛੀ, ਆ ਇੱਥੋਂ ਵੀ ਜੋੜ ਲਾ, ਇੱਥੋਂ ਵੀ ਇਕੱਠਾ ਕਰ ਲਾ, ਇੱਥੇ ਆ ਵੀ ਕਰ ਲਾ। ਕਹਿੰਦੇ ਜਿਹੜੇ ਭੱਜੇ ਜੇ ਫਿਰਦੇ ਆ ਨਾ, ਜਿਨ੍ਹਾਂ ਨੂੰ ਦਿਨੇ ਚੈਨ ਨਾ ਰਾਤ। ਤੱਕ ਹੈ, ਤੱਕ ਹੈ, ਤੱਕ ਹੈ ਦਾ ਮਤਲਬ ਥੋੜਾ ਜਿਹਾ ਖਿੱਚ ਕੇ ਪਾਠ ਹੁੰਦਾ। ਤੱਕ ਹੈ, ਤੱਕਣਾ, ਚੋਗ ਘਣੀ, ਜਿੱਥੇ ਬਹੁਤਾ ਚੋਗਾ ਹੋਵੇ ਉੱਥੇ ਭੱਜ ਭੱਜ ਕੇ ਜਾਂਦੇ ਆ ਪੰਛੀ। ਤੇ ਕਹਿੰਦੇ ਜਿਹੜੇ ਇਹੋ ਜਿਹੇ ਪੰਛੀ ਹੁੰਦੇ ਨੇ ਵੀ ਬਹੁਤੀ ਘਣੀ ਚੋਗ ਵੇਖ ਕੇ ਵੀ ਇੱਥੋਂ ਜ਼ਿਆਦਾ ਮਿਲੇਗਾ ਇੱਥੋਂ ਲੈ ਲਈਏ, ਇੱਥੋਂ ਜ਼ਿਆਦਾ ਮਿਲੇਗਾ ਇੱਥੋਂ ਲੈ ਲਈਏ। ਕਹਿੰਦੇ ਜਿਹੜੇ ਇਹੋ ਜਿਹੇ ਪੰਛੀ ਹੁੰਦੇ ਨੇ, ਪੰਖ ਟੁੱਟੇ ਫਾਹੇ ਪੜੇ, ਆਬ ਗੁਣ ਭੀੜ ਬਣੇ। ਕਹਿੰਦੇ ਇਹੋ ਜਿਹੇ ਜਿਹੜੇ ਪੰਛੀ ਨੇ ਉਹਨਾਂ ਦੇ ਖੰਭ ਟੁੱਟ ਜਾਂਦੇ ਆ ਛੇਤੀ। ਪੰਖ ਟੁੱਟੇ, ਉਹ ਖੰਭ ਟੁੱਟ ਜਾਂਦੇ, ਉਹਨਾਂ ਦੇ ਢਹਿ ਢੇਰੀ ਹੋ ਜਾਂਦੇ ਆ। ਕੁਝ ਸਮੇਂ ਬਾਅਦ ਫਾਈਆਂ ਪੈ ਜਾਂਦੀਆਂ ਉਹਨਾਂ ਨੂੰ। ਜਦੋਂ ਬਹੁਤਾ ਖਿਲਾਰਾ ਖਿਲਾਰਦੇ ਆ ਨਾ, ਤੇ ਬਹੁਤੇ ਚੋਗ ਚੁਗਣ ਦੇ ਚੱਕਰ ਦੇ ਵਿੱਚ ਉਹ ਫਾਈਆਂ 'ਚ ਪੈ ਜਾਂਦੇ। ਚਾਲੇ ਤੇ ਹਰ ਮਿਲਨ ਕੋ ਵਿਛਾ ਅਟਕਿਓ, ਚੀਤ ਵਾਲੀ ਗੱਲ ਹੋ ਜਾਂਦੀ ਹੈ। ਉਹ ਫਾਈਆਂ 'ਚ ਪੈ ਜਾਂਦੇ ਆ। ਅਵਗੁਣ ਭੀੜ ਬਣੀ, ਉਹ ਔਗਣਾ ਦੇ ਕਰਕੇ ਫਿਰ ਉਹਨਾਂ ਤੇ ਬੜਾ ਔਖਾ ਸਮਾਂ, ਭੀੜ ਦਾ ਸਮਾਂ ਉਹ ਆਣ ਬਣਦਾ ਹੈ। ਬਿਨ ਸਾਚੇ ਕਿਉ ਛੁਟਿਐ, ਹਰ ਗੁਣ ਕਰਮ ਮਣੇ। ਸੱਚੇ ਦੀ ਸਿਫਤ ਕੀਤੇ ਬਿਨਾ ਕਿਵੇਂ ਛੁੱਟ ਸਕਦੇ ਹੋ ਭਾਈ? ਨਹੀਂ ਛੁੱਟ ਸਕਦੇ। ਅਵਗੁਣ ਹਰ ਗੁਣ ਕਰਮ ਮਣੀ। ਭਾਈ ਜਿਨ੍ਹਾਂ ਦੇ ਮੱਥੇ ਤੇ ਭਾਗ ਚੰਗੇ ਹੋਣ ਤੇ ਪਰਮੇਸ਼ਰ ਦੀ ਬਖਸ਼ਿਸ਼ ਹੋਵੇ, ਉਹਨਾਂ ਨੂੰ ਹਰੀ ਦੇ ਗੁਣ ਪ੍ਰਾਪਤ ਹੁੰਦੇ ਹਨ। ਆਪ ਛੜਾਏ ਛੋਟਿਐ, ਵੱਡਾ ਆਪ ਧਣੇ। ਉਹ ਵਾਹਿਗੁਰੂ ਆਪ ਜਿਨ੍ਹਾਂ ਨੂੰ ਛੁਡਾਵੇ ਉਹ ਛੁੱਟ ਜਾਂਦੇ ਐ। ਉਹ ਅਕਾਲ ਪੁਰਖ ਵਾਹਿਗੁਰੂ ਵੱਡੇ ਤੋਂ ਵੱਡਾ ਹੈ, ਆਪ ਧਣੀ, ਉਹੀ ਸਾਰਿਆਂ ਦਾ ਧਣੀ ਮਾਲਕ ਹੈ। ਗੁਰ ਪ੍ਰਸਾਦਿ ਛੋਟਿਐ, ਕਿਰਪਾ ਆਪ ਕਰੇ। ਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੁੰਦੀ ਆ ਉਹ ਛੁੱਟ ਜਾਂਦੇ ਆ, ਮੁਕਤ ਹੋ ਜਾਂਦੇ ਆ।
ਵਾਹਿਗੁਰੂ ਆਪ ਜਿਨ੍ਹਾਂ ਤੇ ਕਿਰਪਾ ਕਰੇ ਉਹਨਾਂ ਨੂੰ ਗੁਰੂ ਮਿਲਦਾ ਹੈ। ਆਪਣਾ ਹਾਥ ਵਡਾਈਆ ਜੈ ਭਾਵੈ ਤੈ ਦੇ। ਵਾਹਿਗੁਰੂ ਨੇ ਸਾਰੀਆਂ ਵਡਿਆਈਆਂ ਆਪਣੇ ਹੱਥ 'ਚ ਰੱਖੀਆਂ ਨੇ, ਜਿਹੜਾ ਉਹਨੂੰ ਪਾਉਂਦਾ ਉਹਨੂੰ ਵਡਿਆਈ ਬਖਸ਼ ਦਿੰਦਾ। ਉਹਨੇ ਸਭ ਵਡਿਆਈਆਂ ਆਪਣੇ ਹੱਥ 'ਚ ਰੱਖੀਆਂ ਨੇ, ਜਿਹੜਾ ਉਹਨੂੰ ਭਾ ਗਿਆ ਉਹਨੂੰ ਬਖਸ਼ ਦਿੰਦਾ ਹੈ। ਥਰ ਥਰ ਕੰਪੈ ਜੀੜਾ ਥਾਨ ਵਿਹੂਣਾ ਹੋਏ। ਬੇਨਤੀਆਂ ਕਰੋ ਉਸ ਮਾਲਕ ਦੇ ਚਰਨਾਂ 'ਚ, ਵਾਹਿਗੁਰੂ ਮੇਰਾ ਹਿਰਦਾ ਥਰ ਥਰ ਕੰਬਦਾ ਹੈ, ਡਰਦਾ, ਭੈ ਭੀਤ ਹੁੰਦਾ ਹੈ। ਮੈਂ ਥਾਂ ਤੋਂ ਵਿਹੂਣਾ, ਕੋਈ ਥਾਂ ਨਹੀਂ ਮੇਰੇ ਲਈ, ਮੈਂ ਵਿਹੂਣਾ ਹੋਇਆ ਭਟਕਦਾ ਹਾਂ। ਥਾਨ ਮਾਨ ਸੱਚ ਏਕ ਹੈ ਕਾਜ ਨ ਫੀਟੈ ਕੋਇ। ਮਾਣ ਜਿੱਥੋਂ ਮਿਲੇ ਉਹ ਇੱਕੋ ਇੱਕ ਥਾਂ ਹੈ, ਉਹ ਹੈ ਥਾਂ ਗੁਰੂ ਨਾਨਕ ਸਾਹਿਬ ਦੇ ਚਰਨ, ਜਿੱਥੋਂ ਮਾਣ ਮਿਲਦਾ। ਨਹੀਂ ਤਾਂ ਦੁਰਕਾਰਾਂ ਪੈਂਦੀਆਂ ਸਭ ਥਾਵਾਂ ਤੇ। ਮਹਾਰਾਜ ਇੱਕ ਤੁਹਾਡੇ ਚਰਨ ਨੇ ਸੱਚਾ ਥਾਨ ਹੈ ਆਪ ਜੀ ਦਾ, ਜਿੱਥੇ ਮਾਣ ਮਿਲਦਾ ਹੈ ਔਰ ਜਿੱਥੇ ਜਾ ਕੇ ਕਿਸੇ ਵੀ ਪ੍ਰਕਾਰ ਦਾ ਕੰਮ ਨਹੀਂ ਫਿੱਟਦਾ, ਯਾਨੀ ਕਿ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਹਾਂਜੀ। ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ। ਮੇਰਾ ਨਾਰਾਇਣ ਵਾਹਿਗੁਰੂ ਥਿਰ ਹੈ, ਸदैवी ਹੈ। ਮੇਰਾ ਗੁਰੂ ਵੀ ਥਿਰ ਹੈ ਔਰ ਮੇਰੇ ਗੁਰੂ ਦੀ ਵਿਚਾਰ ਵੀ ਸदैवी ਥਿਰ ਹੈ। ਹਾਂਜੀ। ਸੁਰ ਨਰ ਨਾਥ ਹੈ ਨਾਥ ਤੂੰ ਨਿਧਾਰਾ ਆਧਾਰ। ਦੇਵਤਿਆਂ, ਨਰਾਂ, ਨਾਥਾਂ, ਉਹਨਾਂ ਸਾਰਿਆਂ ਦਾ ਨਾਥ ਵਾਹਿਗੁਰੂ ਤੂੰ ਹੈ। ਤੂੰ ਨਿਧਾਰਿਆਂ ਦਾ ਆਧਾਰ ਹੈ, ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਹੈ। ਸਰਬੇ ਥਾਨ ਥਨੰਤਰੇ ਤੂੰ ਦਾਤਾ ਦਾਤਾਰ। ਏ ਵਾਹਿਗੁਰੂ ਤੂੰ ਸਰਬ ਥਾਵਾਂ ਥਨੰਤਰਾਂ ਵਿੱਚ ਵਸਦਾ, ਤੂੰ ਦਾਤਾਂ ਦੇਣ ਵਾਲਾ ਦਾਤਾਰ ਹੈ। ਜਹ ਦੇਖਾ ਤਹ ਏਕ ਤੂੰ ਅੰਤ ਨ ਪਾਰਾਵਾਰ। ਮੈਂ ਜਿੱਥੇ ਵੇਖਦਾ ਤੂੰ ਇੱਕ ਹੈ, ਹੇ ਪ੍ਰਭੂ ਤੇਰਾ ਅੰਤ ਨਹੀਂ, ਨਾ ਹੀ ਕੋਈ ਪਾਰ ਉਰਾਰ ਹੈ। ਥਾਨ ਥਨੰਤਰ ਰਵ ਰਹਿਆ ਗੁਰ ਸਬਦੀ ਵਿਚਾਰ। ਸਰਬ ਥਾਨ ਥਨੰਤਰਾਂ ਵਿੱਚ ਤੂੰ ਰਮ ਰਿਹਾ ਹੈ, ਗੁਰੂ ਕੇ ਸ਼ਬਦ ਦੁਆਰਾ ਗੁਰਮੁਖ ਇਹਨੂੰ ਵਿਚਾਰਦੇ ਹਨ। ਅਣ ਮੰਗਿਆ ਦਾਨ ਦੇਵਸੇ ਵੱਡਾ ਅਗਮ ਅਪਾਰ। ਮੰਗਿਆ ਤੂੰ ਦਾਨ ਦੇਣ ਵਾਲਾ ਵਾਹਿਗੁਰੂ, ਤੂੰ ਵੱਡਾ ਹੈ, ਅਗੰਮ ਹੈ, ਅਪਾਰ, ਪਾਰਾਵਾਰ ਤੋਂ ਰਹਿਤ ਹੈ। ਬਿਨਾਂ ਮੰਗਿਆ ਦਾਨ ਦੇਣ ਵਾਲਾ ਸੁਆਮੀ ਮਾਲਕ ਹੈ। ਦਇਆ ਦਾਨ ਦਇਆਲ ਤੂੰ ਕਰ ਕਰ ਦੇਖਣ ਹਾਰ। ਤੂੰ ਦਇਆ ਦਾ ਦਾਨ ਦੇਣ ਵਾਲਾ ਦਿਆਲੂ ਹੈ, ਕਰ ਕਰਕੇ ਸਾਰੇ ਸੰਸਾਰ ਨੂੰ ਵੇਖਦਾ ਸੰਭਾਲਦਾ ਹੈ। ਦਇਆ ਕਰ ਹੈ ਪ੍ਰਭ ਮੇਲ ਲਹੈ ਖਿਨ ਮੈਂ ਢਾਹੇ ਉਸਾਰ। ਵਾਹਿਗੁਰੂ ਤੂੰ ਇੱਕ ਖਿਨ ਚ ਢਾ ਕੇ ਉਸਾਰਨ ਦੀ ਸਮਰੱਥਾ ਰੱਖਣ ਵਾਲਾ ਹੈ। ਜਿਨ੍ਹਾਂ ਤੇ ਦਇਆ ਕਰਦਾ ਉਹਨਾਂ ਨੂੰ ਇੱਕ ਛਿਨ ਚ ਹੀ ਆਪਣੇ ਨਾਲ ਮੇਲ ਲੈਂਦਾ ਹੈ। ਦਾਨਾ ਤੂੰ ਬਿਨਾ ਤੁਹੇ ਦਾਨਾ ਕੈਸਰ ਦਾਨ। ਵਾਹਿਗੁਰੂ ਜੀ ਤੁਸੀਂ ਦਾਨੇ ਹੋ, ਸਾਰੇ ਜਗਤ ਨੂੰ ਜਾਣਨ ਵਾਲੇ ਹੋ, ਤੁਸੀਂ ਸਾਰੇ ਸੰਸਾਰ ਦੇ ਜੀਵਾਂ ਨੂੰ ਦਾਨ ਦੇਣ ਵਾਲੇ ਹੋ। ਤਾਲਦ ਭੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ। ਤੁਸੀਂ ਦਲਿੱਦਰ ਨੂੰ ਭੰਨਣ ਵਾਲੇ, ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ ਰੱਬ ਜੀ। ਜਿਹੜੇ ਗੁਰਮੁਖ ਨੇ ਉਹ ਆਪਣੇ ਗੁਰੂ ਦੇ ਦੁਆਰਾ ਗਿਆਨ ਤੇ ਗੋਝ ਧਿਆਨ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਦੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਪਾਤਸ਼ਾਹ ਥਾਏ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ ਕਿ ਮਹਾਰਾਜ ਭਗਤ ਨਾਮਦੇਵ ਜੀ ਤਿਨਾਂ ਦੇ ਪਾਵਨ ਪਵਿੱਤਰ ਆਗਮਨ ਪੁਰਬ ਨੂੰ, ਜਨਮ ਦਿਹਾੜੇ ਨੂੰ ਸਮਰਪਿਤ ਪਰਸੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ, ਜਿਨ੍ਹਾਂ ਦੀ ਅੱਜ ਸਮਾਪਤੀ ਹੋਵੇਗੀ 9:30 ਵਜੇ। 10 ਤੋਂ 11 ਵਜੇ ਤੱਕ ਅੰਮ੍ਰਿਤ ਸੰਚਾਰ ਹਾਲ ਦੇ ਵਿੱਚ ਸਮਾਗਮ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਔਰ 100 ਸਾਲਾ, ਕਿਉਂਕਿ 100 ਸਾਲ ਹੋ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਆਇਆ।
ਸਥਾਪਨਾ ਦਿਵਸ ਦੇ ਸੰਬੰਧ ਵਿੱਚ ਔਰ ਮਹਾਰਾਜ ਭਗਤ ਨਾਮਦੇਵ ਜੀ ਦੇ ਪਾਵਨ ਜਨਮ ਦਿਹਾੜੇ ਦੇ ਸੰਬੰਧ ਵਿੱਚ 10 ਤੋਂ 11 ਵਜੇ ਤੱਕ ਗੁਰਬਾਣੀ ਕੀਰਤਨ ਹੋਣਗੇ, ਸਮਾਗਮ ਹੋਣਗੇ। ਸੰਗਤਾਂ ਨੂੰ ਬੇਨਤੀ ਹੈ ਅੰਮ੍ਰਿਤ ਸੰਚਾਰ ਹਾਲ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।